ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਲੇਖ ਰਚਨਾ, ਪ੍ਰਭਾਵਸ਼ਾਲੀ ਲਿਖਣ ਕੌਸ਼ਲ, ਜਿਹਦੇ ਵਿੱਚ ਤੁਹਾਡੇ ਰਾਈਟਿੰਗ ਸਕਿੱਲ ਚੈੱਕ ਕੀਤੇ ਜਾਂਦੇ ਆ, ਜਿਹਦੇ ਵਿੱਚ ਤੁਹਾਨੂੰ ਟੌਪਿਕ ਦਿੱਤੇ ਜਾਣਗੇ। ਤੁਹਾਡੇ ਸਿਲੇਬਸ ਦੇ ਵਿੱਚ ਲੇਖ ਤੁਹਾਨੂੰ 3 ਦਿੱਤੇ ਜਾਣਗੇ। 3 ਦੇ ਵਿੱਚੋਂ ਤੁਸੀਂ ਕੋਈ ਇੱਕ ਲੇਖ ਕਰਨਾ ਹੋਏਗਾ 200 ਜਾਂ 250 ਸ਼ਬਦਾਂ ਦੇ ਵਿੱਚ। ਤਿੰਨਾਂ ਦੇ ਵਿੱਚੋਂ ਤੁਸੀਂ ਉਹੀ ਚੂਜ਼ ਕਰੋਗੇ ਜਿਹਦੇ ਵਿਸ਼ੇ ਦੇ ਉੱਪਰ ਤੁਹਾਡੀ ਪੂਰੀ ਪਕੜ ਹੈ, ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਆ। ਤੁਹਾਡੇ ਸਿਲੇਬਸ ਦੇ ਵਿੱਚ ਜੋ ਲੇਖ ਰਚਨਾ ਹੈ ਉਹ ਹੈ ਵਿਚਾਰ ਪ੍ਰਧਾਨ ਅਤੇ ਆਮ ਵਿਸ਼ੇ। ਵਿਚਾਰ ਪ੍ਰਧਾਨ ਅਤੇ ਆਮ ਵਿਸ਼ੇ ਤੋਂ ਮਤਲਬ ਤੁਸੀਂ ਜੋ ਵੀ ਵਿਸ਼ਾ ਚੂਜ਼ ਕਰੋਗੇ ਉਹਦੇ ਵਿੱਚ ਤੁਸੀਂ ਆਪਦੇ ਵਿਚਾਰ ਦੇ ਸਕਦੇ ਹੋ। ਉਹਦੇ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਹੈ। ਉਹ ਜਾਣਕਾਰੀ ਤੁਸੀਂ ਕਿੱਥੋਂ ਇਕੱਠੀ ਕਰੋਗੇ? ਆਪਦੇ ਅਧਿਆਪਕ ਤੋਂ, ਅਖਬਾਰਾਂ ਤੋਂ, ਨੈੱਟ ਤੋਂ। ਉਹਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ ਅਤੇ ਉਹਦੇ ਵਿੱਚ ਤੁਸੀਂ ਆਪਦੇ ਵਿਚਾਰ ਦੇ ਸਕਦੇ ਹੋ। ਖੁਦ ਲਿਖਣਾ ਹੁੰਦਾ। ਕੁਛ ਲੇਖ ਹੁੰਦੇ ਆ ਸ਼ਖਸੀਅਤ 'ਤੇ ਆਧਾਰਿਤ, ਜਿਹਦੇ ਵਿੱਚ ਅਸੀਂ ਕਿਸੇ ਦੀ ਸ਼ਖਸੀਅਤ ਬਾਰੇ ਲਿਖਣਾ ਹੁੰਦਾ। ਐਗਜ਼ਾਮਪਲ ਜਿਵੇਂ ਗੁਰੂ ਨਾਨਕ ਦੇਵ ਜੀ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ। ਉਹਨਾਂ ਲੇਖਾਂ ਦੇ ਵਿੱਚ ਸਾਨੂੰ ਯਾਦ ਕਰਨਾ ਪੈਂਦਾ। ਅਸੀਂ ਆਪਦੇ ਵਿਚਾਰ ਨਹੀਂ ਲਿਖ ਸਕਦੇ। ਅਸੀਂ ਉਹਨਾਂ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਕੀ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ, ਜੋ ਵੀ ਕੁਛ ਹੈ ਅਸੀਂ ਉਹਨਾਂ ਦੀ ਸ਼ਖਸੀਅਤ ਬਾਰੇ ਯਾਦ ਕਰਦੇ ਹਾਂ ਅਤੇ ਜੋ ਵੀ ਉਹਨਾਂ ਦੀ ਜ਼ਿੰਦਗੀ ਨਾਲ ਰਿਲੇਟਡ ਹੁੰਦਾ ਅਸੀਂ ਉਹ ਲਿਖਦੇ ਹਾਂ। ਪਰ ਜੋ ਤੁਹਾਡੇ ਸਿਲੇਬਸ ਦੇ ਵਿੱਚ ਲੇਖ ਨੇ ਉਹ ਨੇ ਵਿਚਾਰ ਪ੍ਰਧਾਨ, ਜਿਹਦੇ ਵਿੱਚ ਤੁਸੀਂ ਆਪਦੇ ਵਿਚਾਰ ਦੱਸਣੇ ਆ। ਤੁਹਾਡੀ ਉਸ ਵਿਸ਼ੇ ਉੱਤੇ ਕਿੰਨੀ ਪਕੜ ਹੈ ਤੁਸੀਂ ਉਹਦੇ ਬਾਰੇ ਲਿਖਣਾ ਹੈ 200 ਜਾਂ 250 ਸ਼ਬਦਾਂ ਦੇ ਵਿੱਚ। ਹੁਣ ਆਪਾਂ ਜੋ ਲੇਖ ਹੈ ਉਹ ਕਿਵੇਂ ਲਿਖਿਆ ਜਾ ਸਕਦਾ ਉਹਦੇ ਬਾਰੇ ਪੜ੍ਹਾਂਗੇ। ਆਰੰਭ, ਜੋ ਲੇਖ ਦਾ ਆਰੰਭ ਹੈ ਉਹ ਕਿਵੇਂ ਕਰਨਾ ਹੈ? ਸਭ ਤੋਂ ਪਹਿਲਾਂ ਅਸੀਂ ਲੇਖ ਦੀ ਲਿਖਾਂਗੇ ਜਾਣ ਪਹਿਚਾਣ ਜਾਂ ਕਿ ਭੂਮਿਕਾ। ਕੋਈ ਵੀ ਲੇਖ ਲਿਖਣ ਤੋਂ ਪਹਿਲਾਂ ਆਪਾਂ ਫਸਟ ਹੈਡਿੰਗ ਲਿਖਾਂਗੇ ਭੂਮਿਕਾ ਜਾਂ ਫਿਰ ਜਾਣ ਪਹਿਚਾਣ। ਉਹਦੇ ਵਿੱਚ ਆਪਾਂ ਲੇਖ ਦੇ ਬਾਰੇ ਜਾਣਕਾਰੀ ਦੇਵਾਂਗੇ ਕਿ ਅਸੀਂ ਕਿਸ ਵਿਸ਼ੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ, ਲਿਖਣ ਜਾ ਰਹੇ ਹਾਂ। ਦੂਸਰਾ ਭਾਗ ਹੁੰਦਾ ਮੱਧ ਭਾਗ। ਮੱਧ ਭਾਗ ਦੇ ਵਿੱਚ ਅਸੀਂ ਲੇਖ ਦਾ ਵੇਰਵਾ, ਡਿਟੇਲ ਲਿਖਦੇ ਹਾਂ। ਔਰ ਅੰਤਿਮ ਭਾਗ ਲੇਖ ਦਾ ਅੰਤ। ਲੇਖ ਦੇ ਅੰਤ ਦੇ ਵਿੱਚ ਅਸੀਂ ਸਾਰੰਸ਼ ਜਾਂ ਸਿੱਟਾ ਲਿਖਦੇ ਹਾਂ, ਸਾਰੇ ਲੇਖ ਦਾ ਨਿਚੋੜ ਕੀ ਨਿਕਲਿਆ। ਚੰਗਾ ਲੇਖ ਲਿਖਣ ਦੇ ਤਰੀਕੇ। ਹੁਣ ਚੰਗਾ ਲੇਖ ਲਿਖਣ ਦੇ ਕਿਹੜੇ ਤਰੀਕੇ ਹਨ? ਲੇਖ ਦੇ ਵਿਸ਼ੇ ਨੂੰ ਸਪਸ਼ਟ, ਸਰਲ ਅਤੇ ਸਹੀ ਢੰਗ ਨਾਲ ਲਿਖਣਾ ਚਾਹੀਦਾ ਹੈ। ਹੁਣ ਜੋ ਵੀ ਲਿਖਿਆ, ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਐਗਜ਼ਾਮ ਦੇ ਵਿੱਚ 3 ਵਿਸ਼ੇ ਆਉਣਗੇ, ਤਿੰਨਾਂ ਵਿੱਚ ਤੁਸੀਂ ਇੱਕ ਚੂਜ਼ ਕਰਨਾ। ਸਭ ਤੋਂ ਪਹਿਲਾਂ ਤੁਸੀਂ ਉਹੀ ਟੌਪਿਕ ਚੂਜ਼ ਕਰੋਗੇ ਜਿਹਦੇ ਵਿਸ਼ੇ ਉੱਤੇ ਤੁਹਾਡੀ ਅੱਛੀ ਪਕੜ ਹੈ, ਤੁਹਾਨੂੰ ਪਹਿਲਾਂ ਹੀ ਜਾਣਕਾਰੀ ਹੈ। ਉਹਦੀ ਜੋ ਭਾਸ਼ਾ ਹੋਣੀ ਚਾਹੀਦੀ ਬਿਲਕੁਲ ਸਰਲ, ਸਪਸ਼ਟ ਹੋਣੀ ਚਾਹੀਦੀ ਆ। ਵਿਸ਼ੇ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਜਿਹਦੇ ਬਾਰੇ ਤੁਹਾਡੀ ਜਾਣਕਾਰੀ ਉਹੀ ਚੂਜ਼ ਕਰੋਗੇ। ਲੇਖ ਵਿੱਚ ਵਾਕ ਛੋਟੇ ਅਤੇ ਅਰਥਪੂਰਨ ਹੋਣੇ ਚਾਹੀਦੇ ਹਨ। ਜਦੋਂ ਤੁਸੀਂ ਲੇਖ ਲਿਖਦੇ ਹੋ ਉਹਦੇ ਜਿਹੜੇ ਵਾਕ ਨੇ ਛੋਟੇ ਅਤੇ ਅਰਥਪੂਰਨ ਹੋਣੇ ਚਾਹੀਦੇ ਹਨ। ਵਿਚਾਰਾਂ ਦੀ ਤਰਤੀਬ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਵਿਚਾਰਾਂ ਦੀ ਤਰਤੀਬ ਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਕੋਈ ਲੇਖ ਲਿਖ ਰਹੇ ਹੋ, ਫੋਰ ਐਗਜ਼ਾਮਪਲ ਮੰਨੋ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਬਾਰੇ ਲਿਖ ਰਹੇ ਹੋ, ਤਾਂ ਤੁਹਾਡੀ ਤਰਤੀਬ ਸਹੀ ਹੋਣੀ ਚਾਹੀਦੀ ਆ। ਸਭ ਤੋਂ ਪਹਿਲਾਂ ਤੁਸੀਂ ਜਾਣ ਪਹਿਚਾਣ ਤੋਂ ਬਾਅਦ ਉਹਦਾ ਜਨਮ ਲਿਖੋਗੇ ਅਤੇ ਮਾਤਾ ਪਿਤਾ ਲਿਖੋਗੇ, ਨਾ ਕਿ ਉਹਨਾਂ ਦੀ ਤੁਸੀਂ ਜੋਤੀ ਜੋਤ ਸਮਾਉਣਾ ਲਿਖੋਗੇ। ਸੀਕੁਐਂਸ ਵਾਈਜ਼ ਚੱਲੋਗੇ, ਪਹਿਲਾਂ ਜਨਮ ਆਏਗਾ, ਫਿਰ ਸਾਰੀ ਡਿਟੇਲ ਅਤੇ ਅੰਤ ਦੇ ਵਿੱਚ ਜੋਤੀ ਜੋਤ ਸਮਾਉਣਾ ਆਏਗਾ। ਮਤਲਬ ਕਿ ਇੱਕ ਸੀਕੁਐਂਸ ਹੋਣੀ ਚਾਹੀਦੀ ਹੈ ਲੇਖ ਦੇ ਵਿੱਚ। ਫੋਰ ਐਗਜ਼ਾਮਪਲ ਜਿਵੇਂ ਮੇਰੇ ਜੀਵਨ ਦਾ ਉਦੇਸ਼ ਹੈ, ਉਹਦੇ ਵਿੱਚ ਤੁਸੀਂ ਸਟਾਰਟਿੰਗ ਕੀ ਕਰੋਗੇ? ਸਭ ਤੋਂ ਪਹਿਲਾਂ ਤੁਸੀਂ ਜਾਣ ਪਹਿਚਾਣ, ਕੋਈ ਵੀ ਲੇਖ ਹੈ ਤਾਂ ਉਹਦੀ ਸਟਾਰਟਿੰਗ ਕਿਵੇਂ ਹੋਏਗੀ? ਜਾਣ ਪਹਿਚਾਣ ਅਤੇ ਭੂਮਿਕਾ ਤੋਂ। ਤੁਸੀਂ ਜਾਣ ਪਹਿਚਾਣ ਜਾਂ ਭੂਮਿਕਾ ਇੱਕ ਹੈਡਿੰਗ ਦੇ ਸਕਦੇ ਹੋ। ਉਹਦੇ ਵਿੱਚ ਤੁਸੀਂ ਉਸ ਲੇਖ ਦੀ ਜਾਣ ਪਹਿਚਾਣ ਕਰਵਾਓਗੇ। ਤਰਤੀਬ ਦਾ ਮਤਲਬ ਜਿਵੇਂ ਮੇਰੇ ਜੀਵਨ ਦਾ ਉਦੇਸ਼ ਹੈ, ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਜਾਣ ਪਹਿਚਾਣ ਦੇ ਵਿੱਚ ਕਿ ਜੀਵਨ ਦਾ ਉਦੇਸ਼ ਹੁੰਦਾ ਕੀ ਹੈ। ਫਿਰ ਨੈਕਸਟ ਸਟੈਪ ਹੋਊਗਾ ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਂ ਕੀ ਬਣਨਾ ਚਾਹੁੰਦਾ ਅਤੇ ਉਹਦੀ ਪ੍ਰਾਪਤੀ ਲਈ ਮੈਂ ਕੀ ਕੀਤਾ। ਉਹਨੂੰ ਸਟੈਪ ਬਾਏ ਸਟੈਪ ਤੁਸੀਂ ਅੱਗੇ ਚੱਲੋਗੇ ਇੱਕ ਸਹੀ ਤਰਤੀਬ ਦੇ ਨਾਲ। ਮਤਲਬ ਜੋ ਚੀਜ਼ ਅੱਗੇ ਆਉਣੀ ਉਹੀ ਹੀ ਅੱਗੇ ਚੱਲਦੀ ਜਾਏਗੀ, ਨਾ ਕਿ ਤੁਸੀਂ ਲਾਸਟ ਵਾਲੀ ਪਹਿਲਾਂ ਲਿਖੋਗੇ। ਅੱਗੇ ਹੈਗਾ ਲੇਖ ਲਿਖਦੇ ਸਮੇਂ ਬੇਕਾਰ ਦੀਆਂ ਗੱਲਾਂ ਅਤੇ ਵਿਚਾਰਾਂ ਨੂੰ ਨਹੀਂ ਲਿਖਣਾ ਚਾਹੀਦਾ। ਹੁਣ ਕਈ ਵਾਰ ਕੀ ਹੁੰਦਾ, ਕਈ ਸਟੂਡੈਂਟਸ ਇੱਕ ਗੱਲ ਨੂੰ ਹੀ ਵਾਰ-ਵਾਰ ਰਿਪੀਟ ਕਰਦੇ ਹਨ। ਜਿਵੇਂ ਕਿਸੇ ਦੇ ਬਾਰੇ ਲੇਖ ਲਿਖਣਾ ਹੈ ਕਿ ਉਹ ਜਿਵੇਂ ਮੇਰਾ ਅਧਿਆਪਕ ਹੈ ਉਹਦੇ 'ਤੇ ਲਿਖਣਾ, ਤਾਂ ਵਾਰ-ਵਾਰ ਇੱਕੋ ਹੀ ਗੱਲ ਰਿਪੀਟ ਕਰਨਗੇ ਕਿ ਉਹ ਬਹੁਤ ਚੰਗੇ ਨੇ, ਉਹ ਬਹੁਤ ਅੱਛੇ ਸੁਭਾਅ ਦੇ ਨੇ, ਸਾਦੇ ਸੁਭਾਅ ਦੇ। ਇੱਕੋ ਹੀ ਗੱਲ ਨੂੰ ਵਾਰ-ਵਾਰ ਰਿਪੀਟ ਕਰਦੇ ਆ, ਤਾਂ ਕਿਸੇ ਵੀ ਇੱਕ ਵਾਕ ਨੂੰ ਵਾਰ-ਵਾਰ ਰਿਪੀਟ ਨਹੀਂ ਕਰਨਾ ਹੁੰਦਾ ਔਰ ਫਾਲਤੂ ਦੀਆਂ ਗੱਲਾਂ ਨਹੀਂ ਲਿਖਣੀਆਂ ਹੁੰਦੀਆਂ। ਜੋ ਪੁਆਇੰਟ ਟੂ ਪੁਆਇੰਟ ਗੱਲ
ਕਰਨੀ ਹੁੰਦੀ ਹੈ। ਭਾਸ਼ਾ ਸਰਲ ਸਪਸ਼ਟ ਹੋਣ ਦੇ ਨਾਲ ਸ਼ੁੱਧ ਹੋਣੀ ਚਾਹੀਦੀ ਹੈ। ਹੁਣ ਜਿਹੜੀ ਭਾਸ਼ਾ ਉਹ ਬਿਲਕੁਲ ਸਿੰਪਲ ਹੋਣੀ ਚਾਹੀਦੀ ਹੈ, ਕਲੀਅਰ ਹੋਣੀ ਚਾਹੀਦੀ ਹੈ ਕਿ ਉਹ ਸਮਝ ਆਵੇ, ਸ਼ੁੱਧ ਹੋਣੀ ਚਾਹੀਦੀ ਹੈ। ਟਕਸਾਲੀ ਮਤਲਬ ਟਕਸਾਲੀ ਹੋਣੀ ਚਾਹੀਦੀ ਹੈ, ਮਿਆਰੀ ਹੋਣੀ ਚਾਹੀਦੀ ਆ। ਮਤਲਬ ਹੁਣ ਕਈ ਸਟੂਡੈਂਟਸ ਉਹਦੇ ਵਿੱਚ ਲਿਖ ਦਿੰਦੇ ਹਨ, ਜਿਵੇਂ ਵਗ ਗਿਆ, ਉਹ ਵਗ ਗਿਆ। ਇੱਦਾਂ ਦੀ ਜੋ ਲੈਂਗੁਏਜ ਹੈ ਉਹ ਨਹੀਂ ਲਿਖਣੀ, ਮਿਆਰੀ ਅਤੇ ਟਕਸਾਲੀ ਲਿਖਣੀ ਹੈ। ਜਿਵੇਂ ਕਿ ਚਲਾ ਗਿਆ, ਮੈਂ ਉੱਥੇ ਗਿਆ ਜਾਂ ਚਲਾ ਗਿਆ, ਮੈਂ ਉੱਥੇ ਵਗ ਗਿਆ, ਇਹ ਰੋਂਗ ਹੈ। ਕੁਛ ਵਰਡ ਤੁਸੀਂ ਆਪਦੇ ਜੋ ਆਮ ਭਾਸ਼ਾ ਦੇ ਹੁੰਦੇ ਆ, ਜੋ ਤੁਸੀਂ ਘਰੇਲੂ ਯੂਜ਼ ਕਰਦੇ ਹੋ, ਉਹ ਲਿਖਦੇ ਹੋ, ਉਹ ਗਲਤ ਹੈ। ਤੁਸੀਂ ਬਿਲਕੁਲ ਮਿਆਰੀ ਭਾਸ਼ਾ, ਟਕਸਾਲੀ, ਸ਼ੁੱਧ ਭਾਸ਼ਾ ਲਿਖਣੀ ਹੈ। ਲੇਖ ਦਾ ਆਰੰਭ, ਵਿਸ਼ਾ ਅਤੇ ਅੰਤ ਸਪਸ਼ਟ ਅਤੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ। ਹੁਣ ਜਦੋਂ ਤੁਸੀਂ ਸਟਾਰਟਿੰਗ ਤੋਂ ਲੇਖ ਲਿਖੋਗੇ ਤਾਂ ਪਹਿਲਾ ਹੈਡਿੰਗ, ਮੈਂ ਪਹਿਲਾਂ ਵੀ 2 ਵਾਰ ਦੱਸ ਚੁੱਕੀ ਹਾਂ ਕਿ ਤੁਹਾਡਾ ਪਹਿਲਾ ਹੈਡਿੰਗ ਹੋਣਾ ਚਾਹੀਦਾ ਜਾਣ ਪਹਿਚਾਣ ਅਤੇ ਭੂਮਿਕਾ। ਅਗਰ ਤੁਸੀਂ ਜਾਣ ਪਹਿਚਾਣ ਅਤੇ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਲਿਖਦੇ ਹੋ ਨਾ, ਤਾਂ ਸਮਝੋ ਤੁਹਾਡਾ ਅੱਧਾ ਲੇਖ ਇੱਥੇ ਹੀ ਸਫਲ ਹੋ ਗਿਆ। ਜੋ ਚੈੱਕਰ ਹੋਊਗਾ ਤੁਹਾਡਾ ਪਹਿਲਾ ਜਾਣ ਪਹਿਚਾਣ ਵਾਲਾ ਟੌਪਿਕ ਪੜ੍ਹ ਕੇ ਹੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਏਗਾ ਕਿ ਬੱਚੇ ਨੇ ਬਹੁਤ ਤਰੀਕੇ ਨਾਲ ਅਟੈਂਪਟ ਕੀਤਾ। ਉਸ ਤੋਂ ਬਾਅਦ ਜੋ ਵਿਸ਼ਾ ਉਹ ਬਿਲਕੁਲ ਕਲੀਅਰ ਉੱਪਰ ਹੀ ਕਰ ਦੇਣਾ ਚਾਹੀਦਾ। ਅਤੇ ਅੰਤ 'ਤੇ ਜੋ ਲਾਸਟ 'ਤੇ ਹੈਡਿੰਗ ਆਉਂਦਾ ਸਿੱਟਾ, ਸਿੱਟੇ ਦੇ ਵਿੱਚ ਆਪਾਂ ਕੀ ਲਿਖਣਾ ਹੁੰਦਾ, ਪੂਰੇ ਲੇਖ ਦਾ ਨਿਚੋੜ, ਉਹ ਬਹੁਤ ਅੱਛਾ ਅਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ। ਲੇਖ ਨੂੰ ਸੰਖੇਪ ਅਤੇ ਵਿਸਥਾਰਪੂਰਵਕ ਵੀ ਲਿਖਿਆ ਜਾਣਾ ਚਾਹੀਦਾ। ਜੋ ਲੇਖ ਹੈ ਤੁਹਾਨੂੰ 200 ਜਾਂ 250 ਸ਼ਬਦਾਂ ਵਿੱਚ ਕਿਹਾ, ਤਾਂ ਕੋਸ਼ਿਸ਼ ਕਰੋ ਜਿੰਨੇ ਸ਼ਬਦ ਕਹੇ ਗਏ ਓਨਿਆਂ ਵਿੱਚ ਹੀ ਲਿਖਿਆ ਜਾਵੇ। ਪੁਆਇੰਟ ਟੂ ਪੁਆਇੰਟ ਗੱਲ ਕੀਤੀ ਜਾਵੇ, ਬੇਕਾਰ ਗੱਲਾਂ ਨਾ ਕੀਤੀਆਂ ਜਾਣ ਅਤੇ ਗੱਲਾਂ ਨੂੰ ਵਾਰ-ਵਾਰ ਰਿਪੀਟ ਨਾ ਕੀਤਾ ਜਾਵੇ। ਗੱਲਾਂ ਦੀ ਸੈਂਟੈਂਸ ਜੋ ਵਾਕ ਨੇ ਵਾਰ-ਵਾਰ ਦੁਹਰਾਏ ਨਾ ਜਾਣ। ਤੁਹਾਨੂੰ ਮੈਂ ਐਗਜ਼ਾਮਪਲ ਦੇ ਤੌਰ 'ਤੇ ਦੱਸ ਰਹੀ ਹਾਂ, ਜਿਵੇਂ ਮੇਰੇ ਜੀਵਨ ਦਾ ਉਦੇਸ਼ ਹੈ, ਇਹ ਤੁਸੀਂ ਕਿਵੇਂ ਲਿਖੋਗੇ। ਪੇਪਰ ਦੇ ਵਿੱਚ ਤੁਹਾਨੂੰ ਰੂਪ ਰੇਖਾ ਮਤਲਬ ਨੁਕਤੇ ਦਿੱਤੇ ਜਾਣਗੇ, ਹੈਡਿੰਗ ਦਿੱਤੇ ਜਾਣਗੇ। ਉਹਨਾਂ ਹੈਡਿੰਗ ਨੂੰ ਦੀ ਹੈਲਪ ਦੇ ਨਾਲ ਤੁਸੀਂ ਲੇਖ ਲਿਖਣਾ ਹੈ, ਜੋ ਕਿ ਬਹੁਤ ਹੀ ਈਜ਼ੀ ਤਰੀਕਾ ਹੈ। ਤੁਸੀਂ ਉਹ ਜੋ ਹੈਡਿੰਗ ਨੇ ਉਹਨਾਂ ਨੂੰ ਹੀ ਐਕਸਪਲੇਨ ਕਰਨਾ ਹੈ। ਜੋ ਪੇਪਰ ਦੇ ਵਿੱਚ 3 ਟੌਪਿਕ ਆਉਣਗੇ, 3 ਟੌਪਿਕ ਦੇ ਵਿੱਚੋਂ ਤੁਸੀਂ ਇੱਕ ਚੂਜ਼ ਕਰਨਾ, ਉਹੀ ਚੂਜ਼ ਕਰੋਗੇ ਜਿਹੜੇ ਉੱਤੇ ਤੁਹਾਡੀ ਅੱਛੀ ਪਕੜ ਹੈ। ਹੁਣ ਅੱਜ ਆਪਾਂ ਕਰਕੇ ਦੇਖਦੇ ਹਾਂ ਮੇਰੇ ਜੀਵਨ ਦਾ ਉਦੇਸ਼। ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਕਰਵਾਉਣ ਜਾ ਰਹੀ ਹਾਂ। ਸਭ ਤੋਂ ਪਹਿਲਾ ਹੈਡਿੰਗ ਹੈਗਾ ਜੀਵਨ ਦਾ ਉਦੇਸ਼, ਲੇਕਿਨ ਅਸੀਂ ਸਭ ਤੋਂ ਪਹਿਲਾਂ ਕੀ ਲਿਖਾਂਗੇ, ਭੂਮਿਕਾ। ਜੋ ਲੇਖ ਦੀ ਸਟਾਰਟਿੰਗ ਕਰਾਂਗੇ ਆਪਾਂ ਲਿਖਾਂਗੇ ਜਾਣ ਪਹਿਚਾਣ ਜਾਂ ਭੂਮਿਕਾ। ਭੂਮਿਕਾ ਦੇ ਵਿੱਚ ਅਸੀਂ ਕੀ ਲਿਖਾਂਗੇ, ਜਿਵੇਂ ਹਰ ਇੱਕ ਇਨਸਾਨ ਦੇ ਜੀਵਨ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ, ਜਿਸ ਦੇ ਆਸਰੇ ਉਹ ਜ਼ਿੰਦਗੀ ਜਿਉਂਦਾ ਹੈ। ਜ਼ਿੰਦਗੀ ਵਿੱਚ ਉਹੀ ਇਨਸਾਨ ਆਪਣੀ ਮੰਜ਼ਿਲ 'ਤੇ ਪਹੁੰਚਦਾ ਹੈ ਜੋ ਆਪਣੇ ਜੀਵਨ ਦਾ ਉਦੇਸ਼ ਜਾਂ ਟੀਚਾ ਮਿੱਥ ਕੇ ਚੱਲਦਾ ਹੈ। ਹੁਣ ਇਹ ਹੋ ਗਈ ਇਸ ਲੇਖ ਦੀ ਭੂਮਿਕਾ। ਨੈਕਸਟ ਹੁਣ ਹੈਡਿੰਗ ਕੀ ਦਿੱਤਾ ਹੈ, ਜੀਵਨ ਦਾ ਉਦੇਸ਼। ਜੀਵਨ ਦੇ ਉਦੇਸ਼ ਦੇ ਵਿੱਚ ਤੁਸੀਂ ਕੀ ਦੱਸੋਗੇ ਵੀ ਤੁਹਾਡੇ ਜੀਵਨ ਦਾ ਉਦੇਸ਼ ਕੀ ਹੈ। ਵੀ ਜਦੋਂ ਮੈਂ 10ਵੀਂ ਪਾਸ ਕੀਤੀ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ। 11ਵੀਂ ਦੇ ਵਿੱਚ ਜਦੋਂ ਮੈਂ ਵਿਸ਼ੇ ਆਪਦੇ ਚੂਜ਼ ਕੀਤੇ ਅਤੇ ਆਪਦੀ ਸੈਲਫ ਪੜਚੋਲ ਕੀਤੀ, ਸੈਲਫ ਚੈਕਿੰਗ ਕੀਤੀ, ਤਾਂ ਮੈਨੂੰ ਮੌਕਾ ਮਿਲਿਆ ਕਿ ਮੈਂ ਕੁਛ ਬਣਨਾ ਹੈ। ਤਾਂ ਮੇਰੇ ਬਹੁਤ ਸਾਰੇ ਸੁਪਨੇ ਸੀ, ਜਿਹਦੇ ਵਿੱਚੋਂ ਮੈਂ ਇੱਕ ਸੁਪਨਾ ਚੂਜ਼ ਕੀਤਾ। ਮੈਂ ਆਪਦੇ ਜੀਵਨ ਦਾ ਉਦੇਸ਼ ਟੀਚਾ ਮਿੱਥਿਆ ਕਿ ਮੈਂ ਕੀ ਬਣਨਾ, ਪੰਜਾਬੀ ਦੀ ਲੈਕਚਰਰ ਬਣਨਾ। ਤਾਂ ਦੂਸਰਾ ਹੈਡਿੰਗ ਕੀ ਆ ਗਿਆ, ਪੰਜਾਬੀ ਭਾਸ਼ਾ ਦੀ ਲੈਕਚਰਰ ਬਣਨ ਪਿੱਛੇ ਧਾਰਨਾ। ਹੁਣ ਇਹ ਹੈਡਿੰਗ ਤੁਸੀਂ ਕਿਵੇਂ ਲਿਖੋਗੇ ਵੀ ਮੈਂ ਇਹ ਸੋਚਿਆ ਕਿ ਮੈਂ ਕਾਲਜ ਦੀ ਪੰਜਾਬੀ ਦੀ ਪ੍ਰੋਫੈਸਰ ਬਣਨਾ ਚਾਹੁੰਦੀ ਹਾਂ, ਲੈਕਚਰਰ ਬਣਨਾ ਚਾਹੁੰਦੀ ਹਾਂ। ਕਿਉਂ ਬਣਨਾ ਚਾਹੁੰਦੀ ਹਾਂ, ਕਿਉਂਕਿ ਜਿਹੜਾ ਇਹ ਕਿੱਤਾ ਇੱਕ ਪਵਿੱਤਰ ਕਿੱਤਾ, ਇਹ 10 ਨੋਹਾਂ ਦੀ ਕਿਰਤ ਵਾਲਾ ਕਿੱਤਾ, ਇਹ ਨੇਕ ਕਿੱਤਾ ਹੈ। ਦੂਸਰਾ ਜੋ ਅਧਿਆਪਕ ਹੁੰਦਾ ਉਹ ਸਮਾਜ ਦੀ ਸਿਰਜਣਾ ਕਰਦਾ ਹੈ, ਉਹ ਬੱਚੇ ਦੇ ਚਰਿੱਤਰ ਦਾ ਨਿਰਮਾਣ ਕਰਦਾ ਹੈ। ਤਾਂ ਇਹਨਾਂ ਗੱਲਾਂ ਕਰਕੇ ਮੇਰੀ ਇੱਛਾ ਇਹ ਜਾਗੀ ਕਿ ਮੈਂ ਕੀ ਬਣਨਾ ਹੈ, ਕਾਲਜ ਦੀ ਲੈਕਚਰਰ। ਸਕੂਲ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਕਾਲਜ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਅਲੱਗ-ਅਲੱਗ ਮਹਿਸੂਸ ਕਰਦੇ ਹਨ। ਉਸ ਸਮੇਂ ਉਹਨਾਂ ਨੂੰ ਸਹੀ ਰਾਹ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ। ਵਧੇਰੇ ਅਨੁਸ਼ਾਸਨ ਵਿੱਚੋਂ ਨਿਕਲ ਕੇ ਖੁੱਲ੍ਹੇ ਵਾਤਾਵਰਨ ਵਿੱਚ ਆਉਣ ਕਾਰਨ ਉਹਨਾਂ ਦੇ ਭਟਕ ਜਾਣ ਦੀ ਸੰਭਾਵਨਾ ਹੁੰਦੀ ਹੈ। ਸੋ ਜਦੋਂ ਬੱਚੇ ਸਕੂਲ ਜਾਣ ਤੋਂ ਬਾਅਦ ਉਹ ਕਾਲਜ ਜਾਂਦੇ ਆ ਨਾ, ਤਾਂ ਕਾਲਜ ਦਾ ਜਿਹੜਾ ਇਨਵਾਇਰਮੈਂਟ ਹੁੰਦਾ ਸਕੂਲ ਤੋਂ ਕਾਫੀ ਡਿਫਰੈਂਟ ਹੁੰਦਾ। ਕਾਲਜ ਦੇ ਵਿੱਚ ਜ਼ਿਆਦਾਤਰ ਯੂਨੀਫਾਰਮ ਵੀ ਨਹੀਂ ਹੁੰਦੀ, ਔਰ ਇੱਕ ਲੈਕਚਰ ਲੱਗਿਆ ਹੁੰਦਾ, ਇੱਕ ਫ੍ਰੀ ਹੁੰਦਾ, ਅਤੇ ਬਹੁਤ ਜ਼ਿਆਦਾ ਖੁੱਲ੍ਹ ਹੁੰਦੀ ਹੈ, ਜਿਹਦੇ ਕਰਕੇ ਇੱਕੋ ਦਮ ਓਪਨ ਇਨਵਾਇਰਮੈਂਟ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਨਾ, ਤਾਂ ਉਹ ਭੜਕ ਜਾਂਦੇ ਹਨ। ਤਾਂ ਉਹਨਾਂ ਜਦੋਂ ਬੱਚੇ ਭੜਕ ਜਾਣ ਦੇ ਚਾਂਸ ਹੁੰਦੇ ਹਨ, ਤਾਂ ਇੱਕ ਅਧਿਆਪਕ ਹੀ ਉਹਨਾਂ ਨੂੰ ਸਹੀ ਅਗਵਾਈ ਕਰਕੇ ਸਿੱਧੇ ਰਸਤੇ ਪਾਉਂਦਾ ਹੈ।
ਜਿੱਥੋਂ ਤੱਕ ਪੰਜਾਬੀ ਭਾਸ਼ਾ ਦੀ ਲੈਕਚਰਰ ਬਣਨ ਦਾ ਮੇਰਾ ਇਹ ਸਵਾਲ ਹੈ, ਮੈਂ ਇਹ ਕਹਾਂਗੀ ਕਿ ਪੰਜਾਬੀ ਜਿਹੜੀ ਭਾਸ਼ਾ ਮੇਰੀ ਮਾਂ ਬੋਲੀ ਹੈ, ਮਾਂ ਬੋਲੀ ਦਾ ਜੀਵਨ ਵਿੱਚ ਕੀ ਸਥਾਨ ਹੈ, ਇਸ ਨੂੰ ਮੈਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਅਮੀਰ ਅਤੇ ਵਿਸ਼ਾਲ ਹੈ, ਇਹ ਜੀਵਨ ਦੇ ਬਹੁਤ ਨੇੜੇ ਹੈ। ਮੈਂ ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ ਨੂੰ ਭਾਸ਼ਾ ਵਿੱਚ ਨਿਪੁੰਨ ਬਣਾ ਕੇ ਉਹਨਾਂ ਨੂੰ ਇਸ ਖੇਤਰ ਵਿੱਚ ਉੱਚਾ ਅਹੁਦਾ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਵਿਦਿਆਰਥੀਆਂ ਵਿੱਚ ਨੇਕ ਦਿਲੀ, ਸਾਦਗੀ, ਨਿਮਰਤਾ, ਮਿਹਨਤ ਅਤੇ ਇਹੋ ਜਿਹੇ ਗੁਣ ਹੋਣ। ਇਸ ਇੱਛਾ ਨੂੰ ਮੈਂ ਤਦ ਹੀ ਪੂਰਾ ਕਰ ਸਕਦੀ ਹਾਂ ਜੇ ਮੈਂ ਇਸ ਕਿੱਤੇ ਨੂੰ ਅਪਣਾਵਾਂ। ਹੁਣ ਦੇਖੋ ਅਗਲਾ ਹੈਡਿੰਗ ਕੀ ਹੈਗਾ ਇਹਦੇ ਵਿੱਚ, ਵਿਹਲੇ ਸਮੇਂ ਦਾ ਸਦ ਉਪਯੋਗ। ਹੁਣ ਜਿਹੜਾ ਇਹ ਕਿੱਤਾ ਹੈ, ਟੀਚਿੰਗ ਲਾਈਨ ਹੈ, ਇਹਦੇ ਵਿੱਚ ਵਿਹਲਾ ਸਮਾਂ ਵੀ ਮਿਲ ਜਾਂਦਾ ਕਿਉਂਕਿ ਟੀਚਿੰਗ ਲਾਈਨ ਜ਼ਿਆਦਾਤਰ 6 ਜਾਂ 7 ਘੰਟੇ ਦੀ ਹੁੰਦੀ ਹੈ। ਜੋ ਅਦਰ ਜੋਬ ਹੁੰਦੀ ਹੈ ਉਹਦੇ ਵਿੱਚ ਕਈ ਵਾਰ ਸਾਰਾ ਦਿਨ ਦੀ ਵੀ ਜੋਬ ਹੁੰਦੀ ਹੈ, ਜਿਵੇਂ ਬੈਂਕਿੰਗ ਹੈ ਸਾਰਾ ਦਿਨ ਲੱਗਦਾ, ਜਾਂ ਅਦਰ ਹੈ ਹੌਸਪੀਟਲ 'ਚ ਜਾਣਾ ਤਾਂ ਸਾਰਾ ਦਿਨ ਲੱਗਦਾ। ਹੁਣ ਵਿਹਲੇ ਸਮੇਂ ਦਾ ਸਦ ਉਪਯੋਗ, ਜੋ ਟੀਚਿੰਗ ਲਾਈਨ ਹੈ ਉਹਦੇ ਵਿੱਚ ਕੁਝ ਘੰਟੇ ਹੀ ਜੋਬ ਕਰਨੀ ਹੁੰਦੀ, ਬਾਕੀ ਸਾਡੇ ਕੋਲ ਟਾਈਮ ਬਚਿਆ ਹੁੰਦਾ। ਉਸ ਟਾਈਮ ਦੇ ਵਿੱਚ ਅਸੀਂ ਕੀ ਕਰ ਸਕਦੇ, ਵਿਹਲੇ ਸਮੇਂ ਕੋਈ ਹੋਰ ਕਾਰਜ ਕਰ ਸਕਦੇ ਹਾਂ, ਕੋਈ ਕੁਝ ਕਿਤਾਬਾਂ ਦਾ ਅਧਿਐਨ ਕਰ ਸਕਦੇ ਹਾਂ। ਹੁਣ ਜੋ ਲਾਸਟ ਹੈਡਿੰਗ ਆਪਾਂ ਕਰ ਰਹੇ ਹਾਂ ਉਹ ਹੈ ਮਿਹਨਤ ਤੇ ਲਗਨ। ਮੈਂ ਜਾਣਦੀ ਹਾਂ ਕਿ ਲੈਕਚਰ ਬਣਨ ਵਾਸਤੇ ਬੜੀ ਮਿਹਨਤ ਤੇ ਲਗਨ ਦੀ ਜ਼ਰੂਰਤ ਹੈ, ਪਰ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਜਿਸ ਜਨੂੰਨ ਦੀ ਲੋੜ ਹੈ ਉਹ ਮੇਰੇ ਅੰਦਰ ਹੈ। ਇੱਕ ਦਿਨ ਮੇਰਾ ਜੀਵਨ ਦਾ ਇਹ ਉਦੇਸ਼ ਜ਼ਰੂਰ ਪੂਰਾ ਹੋਵੇਗਾ। ਸੋ ਉਸ ਤੋਂ ਬਾਅਦ ਆਪਾਂ ਲਾਸਟ ਹੈਡਿੰਗ ਲਿਖਾਂਗੇ ਸਿੱਟਾ, ਜੋ ਕਿ ਇਹਦੇ ਵਿੱਚ ਨਹੀਂ ਦਿੱਤਾ ਹੋਇਆ ਰੂਪਰੇਖਾ ਦੇ ਵਿੱਚ। ਰੂਪਰੇਖਾ ਦੇ ਵਿੱਚ ਫਸਟ ਮੈਂ ਤੁਹਾਨੂੰ ਦੱਸਿਆ ਜਾਣ ਪਹਿਚਾਣ ਜਾਂ ਭੂਮਿਕਾ ਲਿਖਣੀ ਹੈ, ਔਰ ਲਾਸਟ 'ਤੇ ਲਿਖਣਾ ਸਿੱਟਾ। ਸਿੱਟੇ ਦਾ ਮਤਲਬ ਹੁੰਦਾ ਪੂਰੇ ਲੇਖ ਦਾ ਨਿਚੋੜ। ਜੋ ਅਸੀਂ ਕੀ ਨਿਚੋੜ ਲਿਖਾਂਗੇ ਕਿ ਜੋ ਵੀ ਇਨਸਾਨ ਹੈ ਆਪਣੇ ਜੀਵਨ ਦਾ ਉਦੇਸ਼ ਨੂੰ ਪ੍ਰਾਪਤ ਕਰਨ ਲਈ ਅਣਥੱਕ ਅਤੇ ਲਗਾਤਾਰ ਮਿਹਨਤ ਕਰਦਾ, ਉਹ ਆਪਦੇ ਜੀਵਨ ਦੇ ਵਿੱਚ ਸਫਲ ਹੋ ਜਾਂਦਾ, ਤਾਂ ਆਪਦਾ ਜਿਹੜਾ ਏਮ ਹੈ, ਟੀਚਾ ਹੈ, ਉਹਨੂੰ ਪ੍ਰਾਪਤ ਕਰ ਲੈਂਦਾ। ਵੀ ਜੋ ਇਨਸਾਨ ਕਦੇ ਗਿਵ ਅਪ ਨਹੀਂ ਕਰਦਾ, ਕਦੇ ਥੱਕਦਾ ਨਹੀਂ ਅਤੇ ਆਪਦੀ ਮਿਹਨਤ ਤੋਂ ਕਦੇ ਨਹੀਂ ਛੱਡਦਾ, ਕਦੇ ਅੱਕਦਾ ਨਹੀਂ, ਕਦੇ ਬੋਰ ਨਹੀਂ ਹੁੰਦਾ, ਉਹ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਸਫਲ ਰਹਿੰਦਾ ਹੈ। ਸੋ ਸਟੂਡੈਂਟਸ, ਇਹ ਸੀਗਾ ਆਪਣਾ ਜੀਵਨ, ਮੇਰੇ ਜੀਵਨ ਦਾ ਉਦੇਸ਼ ਵੀ ਤੁਸੀਂ ਕਿਸ ਤਰੀਕੇ ਨਾਲ ਲਿਖਣਾ ਹੈ। ਹੁਣ ਮੈਂ ਇੱਕ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਇਹਨੂੰ ਪੇਪਰ ਦੇ ਵਿੱਚ ਅਟੈਂਪਟ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਜੋ ਤੁਹਾਡੀ ਆਨਸਰ ਸ਼ੀਟ ਹੋਏਗੀ ਉਹਨਾਂ ਨੂੰ ਤੁਸੀਂ ਦੋਨੋਂ ਸਾਈਡ ਫੋਲਡ ਕਰੋਗੇ 1 ਇੰਚ ਜਾਂ 1.5 ਇੰਚ, ਇਸ ਤੋਂ ਜ਼ਿਆਦਾ ਨਹੀਂ ਕਰਨਾ। ਕਈ ਸਟੂਡੈਂਟਸ ਜ਼ਿਆਦਾ ਫੋਲਡ ਕਰ ਲੈਂਦੇ ਦੋਨਾਂ ਸਾਈਡਾਂ ਦੇ ਵਿੱਚ ਤੋਂ, ਤਾਂ ਜੋ ਸੈਂਟਰ ਦੇ ਵਿੱਚ ਜੋ ਤੁਸੀਂ ਲੇਖ ਲਿਖਦੇ ਹੋ ਤਾਂ ਉਹ ਇੱਕ ਪੋਇਮ ਦੀ ਤਰ੍ਹਾਂ ਲੱਗਦਾ, ਜੋ ਕਿ ਬੈਡ ਇੰਪ੍ਰੈਸ਼ਨ ਹੈ। ਤੁਸੀਂ ਪੇਪਰ ਨੂੰ, ਆਨਸਰ ਸ਼ੀਟ ਨੂੰ ਦੋਨਾਂ ਸਾਈਡਾਂ ਤੋਂ ਜਸਟ 1 ਇੰਚ ਜਾਂ ਵੱਧ ਤੋਂ ਵੱਧ 1.5 ਇੰਚ ਹੀ ਫੋਲਡ ਕਰੋਗੇ। ਉਸ ਤੋਂ ਬਾਅਦ ਤੁਸੀਂ ਲੇਖ ਨੂੰ ਜਦੋਂ ਲਿਖੋਗੇ ਤਾਂ ਲਾਈਨਾਂ 'ਚ ਨਹੀਂ ਲਿਖਣਾ, ਪੈਰੇ 'ਚ ਲਿਖਣਾ। ਜਿਵੇਂ ਕਿ ਮੈਂ ਸਾਹਮਣੇ ਤੁਹਾਨੂੰ ਇੱਕ ਤਰੀਕਾ ਦੱਸ ਰਹੀ ਹਾਂ। ਸਭ ਤੋਂ ਪਹਿਲਾਂ ਤਰੀਕਾ ਜਿਹੜਾ ਤੁਸੀਂ ਲਿਖੋਗੇ ਜਾਣ ਪਹਿਚਾਣ, ਤਾਂ ਦੇਖੋ ਜਾਣ ਪਹਿਚਾਣ ਲਿਖਣ ਤੋਂ ਬਾਅਦ ਮੈਂ ਜਾਣ ਭੂਮਿਕਾ ਦੇ ਵਾਲੀ ਪਹਿਲੀ ਲਾਈਨ ਛੱਡ ਕੇ ਨੀਚੇ ਤੋਂ ਉਹਦੇ ਸ਼ੁਰੂ ਕੀਤਾ ਹੈ। ਉਸੇ ਤਰੀਕੇ ਦੇ ਨਾਲ ਹੀ ਦੂਜਾ ਹੈਡਿੰਗ ਸ਼ੁਰੂ ਕਰਕੇ ਪਹਿਲੀ ਲਾਈਨ ਜਿਹੜੀ ਉਹ ਛੱਡੀ ਹੋਈ ਹੈ ਤਾਂ ਅੱਗੇ ਥੱਲੇ ਤੋਂ ਹੈਡਿੰਗ ਦਿੱਤਾ ਹੋਇਆ, ਉਸ ਦੇ ਤਰ੍ਹਾਂ ਹੀ ਅਗਲਾ, ਔਰ ਲਾਸਟ ਦੇ ਉੱਤੇ ਸਿੱਟਾ ਤੁਸੀਂ ਸਾਰਾਂਸ਼ ਜੋ ਲਿਖਣਾ ਹੋਏਗਾ ਲਿਖਣਾ। ਇਹਦੇ ਵਿੱਚ ਮੈਂ ਹੈਡਿੰਗ ਪੂਰੇ ਨਹੀਂ ਲਿਖੇ, ਸਿਰਫ ਤੁਹਾਨੂੰ ਸਮਝਾਉਣ ਲਈ ਸ਼ਾਰਟਕਟ ਤਰੀਕਾ ਵਰਤਿਆ ਹੈ। ਤੁਸੀਂ ਦੋਨਾਂ ਸਾਈਡਾਂ ਤੋਂ ਹਾਸ਼ੀਆ ਛੱਡੋਗੇ, ਪੈਰੇ ਵਿੱਚ ਲਿਖੋਗੇ, ਔਰ ਜਿਸ ਤਰੀਕੇ ਨਾਲ ਮੈਂ ਹੈਡਿੰਗ ਦਿੱਤੇ ਆ ਉਸੇ ਤਰੀਕੇ ਨਾਲ ਕਰੋਗੇ। ਜ਼ਿਆਦਾਤਰ ਬੱਚੇ ਪੈਨ ਨੂੰ ਡਬਲ ਰਾਈਟ ਕਰਕੇ ਹਾਈਲਾਈਟ ਕਰ ਦਿੰਦੇ ਆ, ਉਹ ਵੀ ਟਾਈਮ ਵੇਸਟ ਹੁੰਦਾ। ਜੇ ਤੁਸੀਂ ਡਬਲ ਪੈਨ ਯੂਜ਼ ਕਰਦੇ ਹੋ ਬਲੈਕ ਐਂਡ ਬਲੂ ਤਾਂ ਵੀ ਟਾਈਮ ਵੇਸਟ ਹੁੰਦਾ। ਇਸ ਤੋਂ ਬੈਟਰ ਹੈ ਕਿ ਤੁਸੀਂ ਹੈਡਿੰਗ ਨੂੰ ਹਾਈਲਾਈਟ ਕਰਨ ਦਾ ਸਭ ਤੋਂ ਬੈਸਟ ਤਰੀਕਾ ਇਹੀ ਆ ਕਿ ਜਦੋਂ ਤੁਸੀਂ ਹੈਡਿੰਗ ਲਿਖੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਸਕਰੀਨ ਦੇ ਉੱਤੇ, ਹੈਡਿੰਗ ਜਿਵੇਂ ਫਸਟ ਹੈ ਜਾਣ ਪਹਿਚਾਣ ਜਾਂ ਭੂਮਿਕਾ, ਉਹ ਲਿਖ ਕੇ ਉਸ ਵਾਲੀ ਸਾਹਮਣੇ ਵਾਲੀ ਲਾਈਨ ਤੁਸੀਂ ਛੱਡ ਦੇਣੀ ਆ, ਅਗਲੀ ਲਾਈਨ 'ਤੇ ਤੁਸੀਂ ਉਹਦੀ ਡਿਟੇਲ ਲਿਖਣੀ ਹੈ। ਤਾਂ ਤੁਸੀਂ ਇਸ ਤਰੀਕੇ ਨਾਲ ਲੇਖ ਲਿਖ ਸਕਦੇ ਹੋ। ਉਮੀਦ ਕਰਦੀ ਹਾਂ ਸਟੂਡੈਂਟਸ ਕਿ ਤੁਹਾਨੂੰ ਜੋ ਇਹ ਲੇਖ ਹੈ ਕਿਸ ਤਰੀਕੇ ਨਾਲ ਲਿਖਣਾ ਹੈ ਤੁਹਾਨੂੰ ਸਮਝ ਆ ਚੁੱਕੀ ਹੋਏਗੀ। ਤਾਂ ਇਹ ਤੁਸੀਂ ਜੋ ਮੈਂ ਕੁਝ ਇੰਪੋਰਟੈਂਟ ਲੇਖ ਤੁਹਾਨੂੰ ਦੱਸ ਦੂੰਗੀ ਜੋ ਤੁਸੀਂ ਯਾਦ ਕਰਨੇ ਹੋਣਗੇ। ਲਿਖਣ ਦੀ ਜ਼ਰੂਰਤ ਨਹੀਂ ਹੈ, ਤੁਹਾਡੀ ਬੁੱਕ ਵਿੱਚ ਦਿੱਤੇ ਹੋਣਗੇ। ਤੁਹਾਨੂੰ ਮਟੀਰੀਅਲ ਕਿੱਥੋਂ ਮਿਲੇਗਾ? ਤੁਹਾਡੀ ਬੁੱਕਸ ਦੇ ਵਿੱਚ ਵੀ ਮਟੀਰੀਅਲ ਹੋਊਗਾ, ਤੁਸੀਂ ਨੈੱਟ ਤੋਂ ਵੀ ਮਟੀਰੀਅਲ ਲੈ ਸਕਦੇ ਹੋ, ਤੁਸੀਂ ਉਹਦੇ ਵਿੱਚ ਆਪਦੇ ਵਿਚਾਰ ਪੇਸ਼ ਕਰਨੇ ਹੋਣਗੇ।